ਫਗਵਾੜਾ ਦੇ ਵਿੱਚ ਤੁਸੀਂ ਇੱਕ ਲੰਬੀ ਲੀਹ ਖਿੱਚ ਦਿੱਤੀ ਤੇ ਤੁਸੀਂ ਇੱਕ ਐਲਾਨ ਕਰ ਦਿੱਤਾ ਬਈ ਸਰਵਣ ਸਿੰਘ ਕੁਲਾਰ ਸਾਨੂੰ ਇੱਥੇ ਇੰਚਾਰਜ ਮਨਜ਼ੂਰ ਨਹੀਂ। ਅੱਜ ਵੀ ਉਸ ਆਪਣੇ ਬਿਆਨ ਤੇ ਕਾਇਮ ਹੋ ਤੁਸੀਂ? ਬਿਲਕੁਲ ਕਾਇਮ ਹੋ ਜੀ। ਉਹਨਾਂ ਦੇ ਸਲਾਹਕਾਰ ਕਿਸ ਤਰ੍ਹਾਂ ਦੇ ਸਲਾਹਕਾਰ ਹੈਗੇ ਆ ਜਿਹੜੇ ਚਾਹੁੰਦੇ ਆ ਕਿ ਫਗਵਾੜੇ 'ਚ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੋ ਜਾਵੇ। ਕੁਲਾਰ ਸਾਹਿਬ ਦਾ ਅੰਤਰਗਤੀ ਬੀਜੇਪੀ ਦੇ ਲੀਡਰਾਂ ਨਾਲ ਸਾਂਝ ਹੈਗੀ ਆ, ਇਸ ਕਰਕੇ ਵੀ ਉਹਨਾਂ ਨੇ ਰੋਸ ਜ਼ਾਹਰ ਕੀਤਾ। ਤੁਹਾਨੂੰ ਲੱਗਦਾ ਵੀ ਹਜੇ ਵੀ ਸਾਂਝ ਹੈ ਜਾਂ ਨਹੀਂ ਹੈ? ਬੀਜੇਪੀ ਨਾਲ ਤਾਂ ਮਤਲਬ ਹੀ ਨਹੀਂ ਕਿਸੇ ਕੀਮਤ ਤੇ ਵੀ ਕੋਈ ਇੱਦਾਂ ਦਾ ਅਲਾਇੰਸ ਹੋਵੇ, ਨਾ ਅੱਗੇ ਅਲਾਇੰਸ ਹੋਣਾ ਵਾ। ਸਾਡੇ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਜੀ ਨੇ ਕਲੀਅਰ ਕਿਹਾ ਕਿ ਸਾਡਾ ਕੋਈ ਉਹਨਾਂ ਨਾਲ ਅਲਾਇੰਸ ਨਹੀਂ ਹੈਗਾ। ਕਿ ਜਿਹੜੇ ਇਹ ਫਗਵਾੜੇ ਦੇ ਵਿਕਾਸ ਦੀਆਂ ਗੱਲਾਂ ਕਰ ਰਹੇ, ਕਿਸ ਤਰ੍ਹਾਂ ਦੇ ਵਿਕਾਸ ਦੀਆਂ ਗੱਲਾਂ ਕਰ ਰਹੇ ਆ? ਜਿਹੜੇ ਇਹ ਤੇ ਇੰਨੇ ਲਾਈਟਾਂ ਦੇ ਘਪਲੇ ਹੋ ਰਹੇ ਆ ਉਸ ਵਿਕਾਸ ਦੀਆਂ ਗੱਲਾਂ ਕਰ ਰਹੇ ਆ? ਜਿੱਥੇ ਸੜਕਾਂ ਜਿਹੜੀਆਂ ਬਣ ਰਹੀਆਂ ਕਾਗਜ਼ਾਂ 'ਚ ਬਣ ਰਹੀਆਂ, ਕਾਗਜ਼ਾਂ 'ਚ ਪੈਸੇ ਇਸ਼ੂ ਹੋ ਰਹੇ ਆ, ਉਹਦੇ ਵਿਕਾਸ ਦੀਆਂ ਗੱਲਾਂ ਕਰਦੇ ਆ ਇਹ। ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ 2022 ਦੀਆਂ ਵਿਧਾਨ ਸਭਾ ਇਲੈਕਸ਼ਨਾਂ 'ਚ ਸਰਕਾਰ ਬਣਾਊਗਾ। ਸਾਡੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਚੀਫ ਮਿਨਿਸਟਰ ਪੰਜਾਬ ਬਣੂਗੇ। You are watching now HD Show। HD ਸ਼ੋ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਦੀਪ ਸਿੰਘ ਤਗੜ। ਅੱਜ ਬਹੁਤ ਵੱਡਾ ਅਹਿਮ ਦਿਨ ਹੈ। ਇੱਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਬਜਟ ਪਾਸ ਕੀਤਾ ਗਿਆ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰੇ ਪੰਜਾਬ ਭਰ ਵਿੱਚ ਰੋਸ ਧਰਨੇ ਲਾਏ ਗਏ ਹੈਗੇ। ਉਹ ਰੋਸ ਧਰਨੇ ਕਿਉਂ ਲਾਏ ਗਏ ਉਸ ਸੰਬੰਧੀ ਅਸੀਂ ਪੂਰੀ ਜਾਣਕਾਰੀ ਲੈਣ ਲਈ ਫਗਵਾੜਾ ਤੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਖੁਰਾਣਾ ਸਾਡੇ ਸਟੂਡੀਓ ਵਿੱਚ ਇੱਥੇ ਅੱਜ ਬਿਰਾਜਮਾਨ, ਉਹਨਾਂ ਨਾਲ ਗੱਲਬਾਤ ਕਰਾਂਗੇ। ਖੁਰਾਣਾ ਸਾਹਿਬ, ਇੱਕ ਪਾਸੇ ਦਾ ਸਰਕਾਰ ਬਜਟ ਪਾਸ ਕਰ ਰਹੀ ਹੈ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨ ਕੀਤਾ ਗਿਆ ਸੀ ਕਿ 8 ਮਾਰਚ ਨੂੰ ਪੂਰੇ ਪੰਜਾਬ 'ਚ ਧਰਨੇ ਲਾਉਣੇ ਆ। ਸੋ ਤੁਸੀਂ ਅੱਜ ਧਰਨੇ ਵੀ ਲਾਏ ਆ, ਤੁਹਾਡੀ ਗਿਣਤੀ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ, ਤੁਸੀਂ ਰੋਸ ਧਰਨਾ ਲਾਇਆ। ਇਹ ਰੋਸ ਧਰਨਾ ਲਾਇਆ ਕੀ ਸੀ, ਕੀ ਤੁਹਾਡੀਆਂ ਮੰਗਾਂ ਸੀ? ਅੱਜ ਪੰਜਾਬ ਸਰਕਾਰ ਨੇ ਬਜਟ ਪੇਸ਼ ਕੀਤਾ ਆਪਣਾ। ਇਹ ਪੰਜਾਬ ਸਰਕਾਰ ਦਾ, ਕੈਪਟਨ ਸਰਕਾਰ ਦਾ ਲਾਸਟ ਬਜਟ ਆ ਤੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ, ਕਿਉਂਕਿ ਅਗਰ ਦੇਖਿਆ ਜਾਵੇ ਤਾਂ 4 ਸਾਲ ਪਹਿਲਾਂ ਜਦੋਂ ਕੈਪਟਨ ਸਰਕਾਰ ਆਈ ਸੀ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਹੱਥ 'ਚ ਗੁਟਕਾ ਸਾਹਿਬ ਫੜ ਕੇ ਸ਼੍ਰੀ ਦਮਦਮਾ ਸਾਹਿਬ ਮੂੰਹ ਵੱਲ ਮੂੰਹ ਕਰਕੇ ਇਹ ਕਿਹਾ ਸੀ ਕਿ ਮੈਂ 4 ਹਫ਼ਤੇ ਨਸ਼ਾ ਖਤਮ ਕਰ ਦੂੰਗਾ, ਘਰ ਘਰ ਨੌਕਰੀ ਦਊਂਗਾ, 51,000 ਰੁਪਈਆ ਸਗਨ ਸਕੀਮ ਦਊਂਗਾ, 2500 ਰੁਪਏ ਪੈਨਸ਼ਨ ਦਊਂਗਾ, ਨੌਜਵਾਨਾਂ ਨੂੰ ਸਮਾਰਟਫੋਨ ਦਊਂਗਾ। ਬਹੁਤ ਵਾਅਦੇ ਕੀਤੇ ਸੀ, ਲੇਕਿਨ ਇੱਕ ਵੀ ਵਾਅਦਾ ਇਹਨਾਂ ਨੇ ਇਹਨਾਂ 4 ਸਾਲਾਂ 'ਚ ਪੂਰਾ ਨਹੀਂ ਕੀਤਾ, ਜਿਸ ਕਰਕੇ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਅੱਜ ਪੂਰੇ ਪੰਜਾਬ 'ਚ ਰੋਸ ਧਰਨੇ ਰੱਖੇ ਆ। ਉਸੇ ਤਹਿਤ ਅੱਜ ਅਸੀਂ ਫਗਵਾੜੇ ਗੋਲ ਚੌਂਕ 'ਚ ਰੋਸ ਧਰਨਾ ਲਾਇਆ ਹੈ ਜੀ। ਤੇ ਕੀ ਮੰਗਾਂ ਸੀ, ਤੁਸੀਂ ਲੋਕਾਂ ਨੂੰ ਕੀ ਸੰਬੋਧਨ ਕੀਤਾ, ਵੀ ਕੀ ਰੋਸ ਆ ਤੁਹਾਡਾ? ਸਾਡਾ ਰੋਸ ਇਹੀ ਹੈ ਕਿ ਪਿਛਲੇ 4 ਸਾਲਾਂ 'ਚ ਕੋਈ ਵੀ ਵਾਅਦਾ ਕੈਪਟਨ ਸਰਕਾਰ ਨੇ ਪੂਰਾ ਨਹੀਂ ਕੀਤਾ। ਚਾਹੇ ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਦੱਸਿਆ ਵਾ ਘਰ ਘਰ ਨੌਕਰੀ ਦੇਣ ਦਾ, ਚਾਹੇ ਉਹ ਸਮਾਰਟਫੋਨਾਂ ਦਾ, ਸਗਨ ਸਕੀਮ ਦਾ, ਪੈਨਸ਼ਨ ਸਕੀਮ ਦਾ, ਜਾਂ ਕੋਈ ਵੀ ਵਾਅਦਾ ਇਸ ਤਰ੍ਹਾਂ ਦਾ ਨਹੀਂ ਜਿਹੜਾ ਇਹਨਾਂ ਨੇ ਕੈਪਟਨ ਨੇ ਪੂਰਾ ਕੀਤਾ ਹੋਵੇ। ਖੁਰਾਣਾ ਸਾਹਿਬ, ਇੱਕ ਗੱਲ ਬੜੀ ਵੇਖਣ ਨੂੰ ਮਿਲੀ ਹੈਗੀ ਆ ਕਿ ਹਲਕਾ ਫਗਵਾੜਾ ਦੇ ਵਿੱਚ 2 ਥਾਂ ਧਰਨੇ ਲੱਗੇ। ਇੱਕ ਪਾਸੇ ਤਾਂ ਸਰਵਣ ਸਿੰਘ ਕੁਲਾਰ ਉਹਨਾਂ ਦੀ ਅਗਵਾਈ ਦੇ ਵਿੱਚ ਲੱਗਾ, ਇੱਕ ਤੁਹਾਡੀ ਅਗਵਾਈ ਦੇ ਵਿੱਚ ਲੱਗਾ। ਤੇ ਜਿਹੜਾ ਇਹ 2 ਫਾੜ ਜਿਹਾ ਮਾਹੌਲ ਦਿਸਿਆ ਜਾਂ ਇਹ ਅਕਾਲੀ ਦਲ ਦੇ ਧੜੇ ਦਿਸਿਆ, ਕੀ ਇਹ ਇੱਕ ਨਹੀਂ ਹੋ ਜਾਣੇ ਚਾਹੀਦੇ ਸੀ? ਦੇਖੋ ਜੀ, ਹਰ ਘਰ 'ਚ ਕੋਈ ਨਾ ਕੋਈ ਕਿਤੇ ਨਾ ਕਿਤੇ ਕੋਈ ਮਿਸਅੰਡਰਸਟੈਂਡਿੰਗਸ ਹੋ ਜਾਂਦੀਆਂ ਹੁੰਦੀਆਂ ਜੀ। ਲੇਕਿਨ ਅਸੀਂ ਜਿਹੜਾ ਅੱਜ ਦਾ ਧਰਨਾ ਲਾਇਆ, ਰੋਸ ਧਰਨਾ ਲਾਇਆ, ਜੋ ਸਾਡੀ ਪਾਰਟੀ ਦਾ ਸਾਨੂੰ ਹੁਕਮ ਆਇਆ ਸੀ ਉਹਦੇ ਤਹਿਤ ਲਾਇਆ ਵਾ। ਪਰ ਦੂਜੇ ਪਾਸੇ ਸਰਵਣ ਸਿੰਘ ਕੁਲਾਰ ਨਾਲ ਪੱਤਰਕਾਰ ਨੇ ਗੱਲਬਾਤ ਕੀਤੀ, ਉਹਨੇ ਤੁਹਾਡਾ ਨਾਂ ਵੀ ਲਿਆ, ਕਹਿੰਦੇ ਕੁਲਾਰ ਸਾਹਿਬ ਇੱਕ ਪਾਸੇ ਤੁਸੀਂ ਧਰਨਾ ਲਾ ਰਹੇ ਹੋ, ਦੂਜੇ ਪਾਸੇ ਖੁਰਾਣਾ ਜੀ ਲਾ ਰਹੇ ਆ ਧਰਨਾ, ਵੀ ਇਹ ਕੀ ਆ? ਉਹਨਾਂ ਨੇ ਕਿਹਾ ਕਿ ਸਾਡੀ ਵੀਡੀਓਗ੍ਰਾਫੀ ਰਾਹੀਂ ਸੁਖਬੀਰ ਸਿੰਘ ਬਾਦਲ ਜੀ ਨਾਲ ਗੱਲਬਾਤ ਹੋਈ ਆ, ਜੋ ਉਹਨਾਂ ਦਿਸ਼ਾ ਨਿਰਦੇਸ਼ ਸੀ ਅਸੀਂ ਉਹਨਾਂ ਤਹਿਤ ਧਰਨਾ ਲਾਇਆ, ਪਰ ਜਿਹੜਾ ਉਹ ਧਰਨਾ ਉਹ ਸਾਡੀ ਨੌਲੇਜ ਨਹੀਂ, ਉਹ ਅਸੀਂ ਗੱਲਬਾਤ ਬਾਅਦ 'ਚ ਕਰਾਂਗੇ। ਦੇਖੋ ਜੀ, ਮੈਂ ਵੀ ਪਾਰਟੀ ਦਾ ਯੂਥ ਦਾ ਜ਼ਿਲ੍ਹੇ ਦਾ ਪ੍ਰਧਾਨ ਹਾਂ ਅਤੇ ਮੇਰੇ ਕੋਲ ਵੀ ਰਾਈਟਸ ਹੈਗੇ ਆ ਕਿ ਅਸੀਂ ਆਪਣੀ ਜੋ ਸਾਡੇ ਹੋ ਰਹੇ ਪਿਛਲੇ 4 ਸਾਲਾਂ 'ਚ ਕੈਪਟਨ ਸਾਹਿਬ ਨੇ ਸਾਡੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ, ਉਹਦੇ ਖਿਲਾਫ ਆਵਾਜ਼ ਚੱਕਣ ਦਾ ਜੋ ਪਾਰਟੀ ਨੇ ਸਾਨੂੰ ਹੁਕਮ ਕੀਤਾ, ਅਸੀਂ ਵੀ ਉਸੇ ਹੁਕਮ ਦੇ ਤਹਿਤ ਲਗਾਇਆ। ਪਰ ਇੱਕ ਗੱਲ ਜ਼ਰੂਰ ਵੇਖਣ ਨੂੰ ਮਿਲੀ, ਅਸੀਂ ਵੀਡੀਓਗ੍ਰਾਫੀ ਇੱਥੇ ਵੇਖ ਰਹੇ ਸੀ, ਜੋ ਕਲਾਰ ਸਾਹਿਬ ਦੀਆਂ ਵੀਡੀਓਜ਼ ਆਈਆਂ ਉੱਥੇ ਧਰਨਾ ਤਾਂ ਲੱਗਾ, ਚਲੋ ਲੋਕ ਵੀ ਉੱਥੇ ਆਏ ਸੀ। ਜਦੋਂ ਉਹ ਰੋਸ ਧਰਨਾ ਲਾ ਰਹੇ ਸੀ, ਐਸਡੀਐਮ ਸਾਹਿਬ ਦਫ਼ਤਰ ਨੂੰ ਜਾ ਰਹੇ ਸੀ, ਉਹਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਝੰਡੀਆਂ ਨਹੀਂ ਦਿਸੀਆਂ, ਉੱਥੇ ਕਿਸਾਨ ਝੰਡੀਆਂ ਜ਼ਰੂਰ ਦਿਸੀਆਂ, ਵੀ ਕਿਸਾਨਾਂ ਦੀ ਸ਼ਮੂਲੀਅਤ ਜ਼ਿਆਦਾ ਦਿਸੀ ਆ। ਉਹ ਕਿੱਦਾਂ ਦੇਖਦੇ ਹੋ? ਕਿਉਂਕਿ ਕੁਛ ਇਹ ਵੀ ਪਤਾ ਲੱਗ ਰਿਹਾ, ਕਹਿੰਦੇ ਵੀ ਇਹ ਵੀ ਦੱਸਿਆ ਗਿਆ ਵੀ ਇਹ ਜਿਹੜਾ ਕਿ ਕਿਸਾਨਾਂ ਦਾ ਧਰਨਾ ਇਹ ਕਹਿ ਕੇ ਵੀ ਲਿਆਂਦਾ ਗਿਆ ਆ। ਤੇ ਦੂਜੇ ਪਾਸੇ ਜਿਹੜਾ ਤੁਸੀਂ ਧਰਨਾ ਲਾਇਆ, ਚਲੋ ਉੱਥੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀਆਂ ਗੱਲਾਂ ਵੀ ਕੀਤੀਆਂ, ਤੁਹਾਡੇ ਕੋਲ ਉਹ ਝੰਡੀਆਂ ਵੀ ਜਿਹੜੀਆਂ ਕਿ ਫੜੀਆਂ ਸੀ, ਉਹ ਤੱਕੜੀ ਦੇ ਨਿਸ਼ਾਨ ਵੀ ਸੀਗੇ, ਉਹ ਕਿਸ ਤਰ੍ਹਾਂ ਦੇਖਦੇ ਆ ਤੁਸੀਂ?
ਦੇਖੋ ਜੀ, ਇਹਦਾ ਜਵਾਬ ਤਾਂ ਸਰਦਾਰ ਸਰਵਨ ਸਿੰਘ ਕੁਲਾਰੀ ਦੇਖ ਸਕਦੇ ਆ ਕਿ ਅਗਰ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਜਿਹੜੇ ਧਰਨੇ ਲਗਾਏ ਗਏ ਆ ਤੇ ਉਹ 'ਚ ਉਹਨਾਂ ਨੇ ਕਿਸਾਨਾਂ ਦੇ ਝੰਡੇ ਕਿਉਂ ਲੈ ਕੇ ਆਂਦੇ ਆ, ਕਿਸ ਕਾਰਨ ਉਹਨਾਂ ਨੂੰ ਉੱਥੇ ਇਹਨਾਂ ਨੇ ਵਿੱਚ ਸ਼ਮੂਲੀਅਤ ਕੀਤੀ ਆ, ਇਹ ਤਾਂ ਹੁਣ ਉਹੀ ਦੱਸ ਸਕਦੇ, ਮੈਂ ਨਹੀਂ ਇਹਨਾਂ ਨੂੰ ਦੱਸ ਸਕਦਾ। ਅਸੀਂ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਸਾਡੇ ਪਾਰਟੀ ਦੇ ਪ੍ਰਧਾਨ ਨੇ ਸਾਨੂੰ ਹੁਕਮ ਕੀਤਾ ਸੀ, ਅਸੀਂ ਤਾਂ ਉਸੇ ਤਹਿਤ ਆਪਣੀਆਂ ਜੋ ਮੰਗਾਂ ਰੱਖੀਆਂ, ਅਸੀਂ ਜੋ ਉੱਥੇ ਲੋਕਾਂ ਨੂੰ ਦੱਸਣਾ ਚਾਹਿਆ ਉਸ ਧਰਨੇ 'ਚ ਅਸੀਂ ਤਾਂ ਉਹੀ ਕੀਤਾ ਜੀ ਆਪਣਾ। ਜਦੋਂ ਵੀ ਪੰਜਾਬ ਦੇ ਵਿੱਚ ਚੋਣਾਂ ਆਉਂਦੀਆਂ, ਚਾਹੇ ਪਿੰਡਾਂ ਦੀਆਂ ਚੋਣਾਂ ਸਰਪੰਚੀ ਪੰਚੀ ਦੀਆਂ, ਚਾਹੇ ਐਮਸੀ ਨੇ ਚੋਣਾਂ ਹੁੰਦੀਆਂ, ਉਦੋਂ ਸਾਰੀਆਂ ਪਾਰਟੀਆਂ ਜਿਹੜੇ ਰੁੱਸੇ ਹੁੰਦੇ ਇੱਕ ਦੂਜੇ ਨੂੰ ਮਨਾ ਕੇ ਇਕੱਠੇ ਕਰ ਦਿੰਦੇ ਵੀ ਆਪਾਂ ਲੜਾਈ ਜਿੱਤਣੀ ਆ। ਪਰ ਫਗਵਾੜਾ ਦੇ ਵਿੱਚ ਤੁਸੀਂ ਇੱਕ ਲੰਬੀ ਲੀਹ ਖਿੱਚ ਦਿੱਤੀ ਤੇ ਤੁਸੀਂ ਇੱਕ ਐਲਾਨ ਕਰ ਦਿੱਤਾ ਵੀ ਸਰਵਣ ਸਿੰਘ ਕੁਲਾਰ ਸਾਨੂੰ ਇੱਥੇ ਇੰਚਾਰਜ ਮਨਜ਼ੂਰ ਨਹੀਂ। ਅੱਜ ਵੀ ਉਸ ਆਪਣੇ ਬਿਆਨ ਤੇ ਕਾਇਮ ਹੋ ਤੁਸੀਂ? ਬਿਲਕੁਲ ਕਾਇਮ ਹੋ ਜੀ। ਕੀ ਕਾਰਨ ਬਣਿਆ? ਦੇਖੋ, ਅਗਰ ਘਰ ਦਾ ਕੋਈ ਮੁਖੀਆ ਹੁੰਦਾ ਤਾਂ ਉਹਦਾ ਫਰਜ਼ ਬਣਦਾ ਕਿ ਹਰ ਇੱਕ ਬੰਦੇ ਨੂੰ ਨਾਲ ਲੈ ਕੇ ਚੱਲਣ ਦਾ। ਅਗਰ ਉਹ 'ਚ ਕਿਸੇ ਕੋਈ ਕਮੀ ਹੁੰਦੀ ਆ ਜਿਸ ਕਰਕੇ ਕੋਈ ਬੰਦੇ ਰੁੱਸਦੇ ਆ ਤਾਂ ਇਹ ਤਾਂ ਹੁਣ ਇਹਦਾ ਜਵਾਬ ਉਹੀ ਦੇ ਸਕਦੇ ਕਿ ਉਹ ਆਪਣੀਆਂ ਕਮੀਆਂ ਨੂੰ ਦੂਰ ਕਿਉਂ ਨਹੀਂ ਕਰਦੇ, ਜਾਂ ਉਹਨਾਂ ਦੇ ਸਲਾਹਕਾਰ ਕਿਸ ਤਰ੍ਹਾਂ ਦੇ ਸਲਾਹਕਾਰ ਹੈਗੇ ਆ ਜਿਹੜੇ ਚਾਹੁੰਦੇ ਆ ਕਿ ਫਗਵਾੜੇ 'ਚ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੋ ਜਾਵੇ, ਕਿ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋ ਜਾਵੇ। ਕਿਉਂਕਿ ਪਿਛਲੇ ਸਮੇਂ 'ਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਢਾਹ ਲੱਗੀ ਆ ਫਗਵਾੜੇ 'ਚ, ਕਿਉਂਕਿ ਅਗਰ ਸਾਡਾ ਬੀਜੇਪੀ ਨਾਲ ਅਲਾਈਅੰਸ ਹੈਗਾ ਸੀ, ਲੇਕਿਨ ਉਸ ਵੇਲੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਅਹੁਦੇਦਾਰ ਹੈਗੇ ਸੀ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ ਰਿਹਾ ਵਾ। ਤੇ ਅੱਜ ਜਦੋਂ ਹੁਣ ਸ਼੍ਰੋਮਣੀ ਅਕਾਲੀ ਦਲ ਇਕੱਲੇ ਤੌਰ ਤੇ ਆਪਣੀ ਇਲੈਕਸ਼ਨ ਲੜਨੀ ਆ, ਜਾਂ ਐਮਸੀ ਇਲੈਕਸ਼ਨ ਹੋਵੇ, ਚਾਹੇ ਆਉਣ ਵਾਲੀ ਵਿਧਾਨ ਸਭਾ ਹੋਵੇ, ਤਾਂ ਇਹ ਤਾਂ ਹੁਣ ਜਿਹੜਾ ਬੰਦਾ ਆਪਣੇ ਜਿਹੜੇ ਇੱਥੇ ਦੇ ਇੰਚਾਰਜ ਹੈਗੇ ਆ ਉਹਨਾਂ ਨੂੰ ਚਾਹੀਦਾ ਸੀ ਕਿ ਆਪਣੇ ਪਾਰਟੀ ਨੂੰ ਮਜ਼ਬੂਤ ਕਰਨਾ। ਖਰਾਣਾ ਸਾਹਿਬ, ਜਦੋਂ ਤੁਸੀਂ ਨਾ ਪ੍ਰੈਸ ਕਾਨਫਰੰਸ ਕੀਤੀ ਸੀ ਬੀਤੇ ਦਿਨੀ, ਜਦੋਂ ਤੁਸੀਂ ਐਲਾਨ ਕੀਤਾ ਵੀ ਸਾਨੂੰ ਸਰਵਣ ਸਿੰਘ ਕੁਲਾਰ ਨਹੀਂ ਚਾਹੀਦੇ ਹੈਗੇ ਇੰਚਾਰਜ ਵਜੋਂ, ਤੇ ਤੁਹਾਡੇ ਧੜੇ ਦੇ ਕੁਝ ਲੋਕ ਦੱਬੀ ਜਵਾਨ 'ਚ ਇਹ ਕਹਿ ਰਹੇ ਸਨ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਜਿਹੜੇ ਸਾਂਝ ਉਹ ਤਾਂ ਖਤਮ ਹੋ ਚੁੱਕੀ ਆ, ਪਰ ਅੱਜ ਵੀ ਕੁਲਾਰ ਸਾਹਿਬ ਦਾ ਅੰਤਰਗਤੀ ਬੀਜੇਪੀ ਦੇ ਲੀਡਰਾਂ ਨਾਲ ਸਾਂਝ ਹੈਗੀ ਆ, ਇਸ ਕਰਕੇ ਵੀ ਉਹਨਾਂ ਨੇ ਰੋਸ ਜ਼ਾਹਰ ਕੀਤਾ। ਤੁਹਾਨੂੰ ਲੱਗਦਾ ਵੀ ਹਜੇ ਵੀ ਸਾਂਝ ਹੈ ਜਾਂ ਨਹੀਂ ਹੈ? ਦੇਖੋ ਜੀ, ਉਸ ਵੇਲੇ ਤਾਂ ਜੋ ਸਾਨੂੰ ਮਾਹੌਲ ਸੀ ਉਸ ਵੇਲੇ ਤੁਹਾਨੂੰ ਲੱਗ ਰਿਹਾ ਸੀ, ਕਿਉਂਕਿ ਜਦੋਂ ਸਾਡਾ ਅਲਾਇੰਸ ਟੁੱਟਾ ਸੀ ਬੀਜੇਪੀ ਨਾਲੋਂ, ਤਾਂ ਅਸੀਂ ਸਾਡੇ ਪਾਰਟੀ ਦੇ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਇਹ ਸਪਸ਼ਟ ਸੰਦੇਸ਼ ਆ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਪੈਰਾਂ 'ਤੇ ਇਲੈਕਸ਼ਨ ਲੜੂਗਾ। ਆਪਣੇ ਕੇਡਰ ਚਾਹੇ 50 ਵਾਰਡ ਆ, 50 ਦੇ 50 ਵਾਰਡ 'ਚ ਅਸੀਂ ਆਪਣੇ ਐਮਸੀ ਖੜੇ ਕਰਨੇ ਆ ਸ਼੍ਰੋਮਣੀ ਅਕਾਲੀ ਦਲ ਨੇ। ਪਰ ਕਾਂਗਰਸ ਇਹ ਇਲਜ਼ਾਮ ਲਾ ਰਹੀ ਹੈ ਤੁਹਾਡੇ ਤੇ, ਉਹ ਕਹਿੰਦੇ ਭਾਜਪਾ ਆ ਚਾਹੇ ਅਕਾਲੀ ਦਲ ਇਹ ਇੱਕ ਡਰਾਮਾ ਜਿਹਾ ਕਰ ਰਹੇ ਆ, ਜਦੋਂ ਚੋਣਾਂ ਆਉਣੀਆਂ ਇਹਨਾਂ ਨੇ ਫਿਰ ਇੱਕੋ ਪਲੇਟਫਾਰਮ ਤੇ ਇਕੱਠੇ ਹੋ ਕੇ ਲੜਨਾ ਆ। ਇਹ ਨਹੀਂ ਕਹਿਣਾ ਜੀ ਸਾਡਾ 9 ਮਾਹ ਦਾ ਰਿਸ਼ਤਾ ਆ, ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਗਿਆ। ਇਹ ਬਹਾਨਾ ਲਾ ਕੇ ਲੋਕਾਂ ਨੂੰ ਮੂਰਖ ਬਣਾ ਕੇ ਨਹੀਂ ਇਲੈਕਸ਼ਨ ਇਕੱਠੀਆਂ ਲੜਨੀਆਂ। ਜਿਹੜੀਆਂ ਫਗਵਾੜੇ ਚੋਣਾਂ ਆਉਣੀਆਂ, ਚਾਹੇ ਕੱਲ੍ਹ ਆ ਜਾਣ ਚਾਹੇ 2 ਮਹੀਨਿਆਂ ਬਾਅਦ ਆ ਜਾਣ, ਕੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਇਕੱਠੇ ਲੜਨਗੇ ਜਾਂ ਇਕੱਲੇ ਲੜੋਗੇ? ਨਹੀਂ, ਸ਼੍ਰੋਮਣੀ ਅਕਾਲੀ ਦਲ ਮੈਂ ਤੁਹਾਨੂੰ ਦੱਸਿਆ, ਅਸੀਂ ਅੱਜ ਦੀ ਡੇਟ 'ਚ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ। ਤੇ ਕਿਸਾਨ ਜਿਹੜੇ ਹੈਗੇ ਆ, ਸਾਡੇ ਕਿਸਾਨੀ ਹੈਗੀ ਆ, ਸਾਡੇ ਪੰਜਾਬ ਦੀ ਰੀੜ੍ਹ ਦੀ ਹੱਡੀ ਆ। ਅਗਰ ਅਸੀਂ ਅੱਜ ਦਿੱਲੀ ਬਾਰਡਰ ਤੇ ਬੈਠ ਕੇ ਐਜੀਟੇਸ਼ਨ ਹੋ ਰਿਹਾ, ਤਾਂ ਉੱਥੇ ਸ਼੍ਰੋਮਣੀ ਅਕਾਲੀ ਦਲ ਸਾਡੇ ਪਾਰਟੀ ਵੱਲੋਂ ਜੋ ਸਾਨੂੰ ਉਦੇਸ਼ ਆਉਂਦਾ, ਅਸੀਂ ਉਹਨਾਂ ਉਦੇਸ਼ਾਂ 'ਤੇ ਪਾਰਟੀ ਦੇ ਅਸੀਂ ਕਿਸਾਨਾਂ ਦੇ ਨਾਲ ਜਾ ਕੇ ਉੱਥੇ ਹੈਲਪ ਕਰਦੇ ਹਾਂ। ਤਾਂ ਬੀਜੇਪੀ ਨਾਲ ਤਾਂ ਮਤਲਬ ਹੀ ਨਹੀਂ ਕਿਸੇ ਕੀਮਤ 'ਤੇ ਵੀ ਕੋਈ ਇੱਦਾਂ ਦਾ ਅਲਾਇੰਸ ਹੋਵੇ, ਨਾ ਅੱਗੇ ਅਲਾਇੰਸ ਹੋਣਾ ਵਾ। ਸਾਡੇ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਜੀ ਨੇ ਕਲੀਅਰ ਕਿਹਾ ਕਿ ਸਾਡਾ ਕੋਈ ਉਹਨਾਂ ਨਾਲ ਅਲਾਇੰਸ ਨਹੀਂ ਹੈਗਾ। ਅਸੀਂ ਇਲੈਕਸ਼ਨ ਲੜਾਂਗੇ, ਚਾਹੇ ਉਹ ਐਮਸੀ ਦੇ ਹੋਣ ਚਾਹੇ ਉਹ ਵਿਧਾਨ ਸਭਾ ਦੇ ਹੋਣ, ਅਸੀਂ ਆਪਣੇ ਤੌਰ ਤੇ ਲੜਾਂਗੇ। ਤੁਸੀਂ ਬਾਰ-ਬਾਰ ਇੱਕ ਗੱਲ ਕਹਿ ਰਹੇ ਹੋ ਵੀ ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਕਿਸਾਨਾਂ ਨਾਲ ਹਰ ਥਾਂ ਖੜਾਂਗੇ, ਅੜਾਂਗੇ, ਲੜਾਂਗੇ। ਜੇਕਰ ਮੈਂ ਸਿਰਫ ਸਰਦਾਰ ਰਣਜੀਤ ਸਿੰਘ ਖੁਰਾਣਾ ਦੀ ਗੱਲ ਕਰਾਂ, ਅੱਜ ਤੱਕ ਕਿਸਾਨਾਂ ਦੇ ਹੱਕ ਵਿੱਚ ਕਿਵੇਂ ਖੜੇ ਆ, ਕੀ ਉਹਨਾਂ ਦੀ ਮਦਦ ਕੀਤੀ ਹੈ, ਕਿੰਨਾ ਕੁ ਉਹਨਾਂ ਦਾ ਸਾਥ ਦਿੱਤਾ, ਕੀ ਕਰ ਚੁੱਕੇ ਹੋ? ਦੇਖੋ ਜੀ, ਅਸੀਂ ਜਿੱਥੇ ਤੱਕ ਹੋ ਸਕਦੇ ਹੈਗੇ ਆ, ਜਦੋਂ ਵੀ ਧਰਨੇ ਲੱਗੇ ਆ ਜਾਂ ਕਿਸਾਨਾਂ ਵੱਲੋਂ ਕੋਈ ਵੀ ਧਰਨਾ ਆਇਆ, ਕਿ ਅਸੀਂ ਚਾਹੇ ਉਹ ਸ਼ੂਗਰ ਮਿਲ ਚੌਂਕ 'ਚ ਲੱਗਣਾ ਹੋਵੇ, ਅਸੀਂ ਉੱਥੇ ਵੱਧ ਤੋਂ ਵੱਧ ਆਪਣੇ ਸਾਥੀ ਨਾਲ ਲਿਜਾ ਕੇ ਸ਼ਮੂਲੀਅਤ ਕੀਤੀ ਆ। ਸਾਡੇ ਇੱਥੇ ਮੌਲੀ ਪਿੰਡ ਦੇ ਉੱਥੇ ਕੋਲ ਲੰਗਰ ਚੱਲ ਰਿਹਾ, ਅਸੀਂ ਉੱਥੇ ਸ਼ਮੂਲੀਅਤ ਕੀਤੀ ਹੈ। ਦਿੱਲੀ ਜਿੱਥੇ ਐਜੀਟੇਸ਼ਨ ਚੱਲ ਰਿਹਾ ਹੈਗਾ, ਅਸੀਂ ਉੱਥੇ ਜਾ ਕੇ ਆਏ ਹਾਂ। ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਕਿ ਜੋ ਸਾਡੇ ਪਾਰਟੀ ਪ੍ਰਧਾਨ ਸਾਨੂੰ ਹੁਕਮ ਕੀਤਾ ਵਾ, ਅਸੀਂ ਇਹਨਾਂ ਉੱਤੇ ਪਹਿਰਾ ਦੇਈਏ। ਤੁਹਾਨੂੰ ਨਹੀਂ ਲੱਗਦਾ ਵੀ 50 ਵਾਰਡਾਂ ਦੇ ਵਿੱਚ ਚੋਣਾਂ ਲਾਉਣੀਆਂ, ਅੱਜ ਤੱਕ ਅਕਾਲੀ ਦਲ ਨੇ ਚੋਣ ਨਹੀਂ ਲੜੀ, ਕਿਉਂਕਿ ਥੋੜਾ ਹਿੱਸਾ ਤੁਹਾਡੇ ਕੋਲ ਹੁੰਦਾ ਸੀ, ਉਦੋਂ ਦੁੱਗਣਾ ਹਿੱਸਾ ਭਾਜਪਾ ਕੋਲ ਹੁੰਦਾ। ਤੁਸੀਂ ਇਕੱਠੇ ਚੋਣ ਲੜਦੇ ਹੁੰਦੇ ਸੀ, ਫਿਰ ਵੀ ਫਾਈਟ ਬੜੀ ਔਖੀ ਹੁੰਦੀ ਸੀ ਕਾਂਗਰਸ ਦੇ ਨਾਲ, ਹੈ ਨਾ, ਭਾਜਪਾ ਅਕਾਲੀ ਦਲ ਇਕੱਠੇ ਲੜਦੇ ਸੀ। ਹੁਣ ਤੁਸੀਂ ਇਕੱਲੇ ਲੜੋਗੇ, ਤੁਹਾਡਾ ਐਕਸਪੀਰੀਅੰਸ ਪਹਿਲਾਂ ਹੈਗਾ, ਉੱਤੋਂ ਤੁਸੀਂ ਧੜੇਬੰਦੀ ਬਣੀ ਹੋਈ ਆ, ਉੱਤੋਂ ਤੁਸੀਂ ਕਰਾਰ ਸਾਹਿਬ ਨੂੰ ਕਹਿੰਦੇ ਆ ਸਾਨੂੰ ਚਾਹੀਦੇ ਨਹੀਂ ਹੈਗੇ ਇੰਚਾਰਜ, ਤੇ ਇਹ ਬੜਾ ਮੁਸ਼ਕਿਲ ਵਾਲਾ ਜੀ ਦੌਰ ਹੈਗਾ ਆ, ਬੜਾ ਚੈਲੰਜ ਵਾਲਾ ਆਇਆ ਹੈਗਾ। ਵੀ ਤੁਹਾਨੂੰ ਲੱਗਦਾ ਵੀ ਤੁਸੀਂ ਇਹ ਲੜਾਈ ਜਿੱਤ ਪਾਓਗੇ?
ਬਿਲਕੁਲ ਜਿੱਤਾਂਗੇ ਜੀ। ਦੇਖੋ ਅਗਰ ਤੁਸੀਂ ਹੁਣ ਪਿੱਛੇ ਇਲੈਕਸ਼ਨਾਂ ਹੋਈਆਂ, ਕਿਉਂਕਿ ਫਗਵਾੜੇ ਇਲੈਕਸ਼ਨ ਤਾਂ ਨਹੀਂ ਹੋਈ ਨਾ ਕਿ ਕਾਂਗਰਸੀਆਂ ਨੇ ਇਹਨਾਂ ਨੇ ਆਪਣੇ ਜਿਹੜੀ ਇਹ ਵੋਟਰ ਲਿਸਟਾਂ ਨਾਲ ਛੇੜਛਾੜ ਕੀਤੀ। ਇਹਨਾਂ ਦੇ ਜਿਹੜਾ ਐਸਡੀਐਮ ਆ, ਕਿਉਂਕਿ ਸਰਕਾਰ ਦਾ ਹਿੱਸਾ ਹੁੰਦਾ, ਇਹਨਾਂ ਦੇ ਐਸਡੀਐਮ ਨੇ ਪਰਚਾ ਦਰਜ ਕਰਾਇਆ, ਜਿਸ ਕਰਕੇ ਚੋਣ ਕਮਿਸ਼ਨ ਨੂੰ ਇਲੈਕਸ਼ਨ ਨੂੰ ਰੋਕਣੀ ਪਈ। ਉਸ ਕਰਕੇ ਅਸੀਂ ਤਾਂ ਇਹ ਆਪਣੇ ਤੌਰ ਤੇ ਇਕੱਲੇ ਲੜਾਂਗੇ ਤੇ ਡਟ ਕੇ ਲੜਾਂਗੇ। ਪਰ ਕਾਂਗਰਸ ਇਹ ਕਹਿ ਰਹੀ ਆ ਵੀ ਬੜੇ ਦਾਅਵੇ ਕਰ ਰਹੀ ਆ, ਬੜੇ ਖੁਸ਼ ਹੈਗੇ ਆ, ਬੜੇ ਭੰਗੜੇ ਪੈ ਰਹੇ ਆ। ਉਹ ਕਹਿੰਦੇ ਵੀ ਇੰਨਾ ਕੁ ਵਿਕਾਸ ਕਰ ਦਿੱਤਾ ਹਨਾ, ਵੀ ਫਗਵਾੜਾ ਨੱਕੋ ਨੱਕ ਕਰ ਦਿੱਤਾ, ਵੀ ਲੋਕ ਸਾਰੇ ਖੁਸ਼ ਕਰਤੇ ਆ ਵੀ ਅਸੀਂ 50 ਦੀਆਂ 50 ਸੀਟਾਂ ਜਿੱਤ ਲੈਣੀਆਂ, ਵਿਰੋਧੀ ਕੋਈ ਖੰਡ ਵੀ ਨਹੀਂ ਦੇਣਾ ਨੇੜੇ। ਦੇਖੋ ਜੀ, ਉਹ ਤਾਂ ਪੰਜਾਬ ਦਾ ਵਿਕਾਸ ਤਾਂ 4 ਸਾਲਾਂ ਪਿਛਲੇ ਤੁਸੀਂ ਦੇਖਿਆ ਹੀ ਹੈ ਕਿੰਨਾ ਵਿਕਾਸ ਹੋਇਆ ਵਾ। ਕੈਪਟਨ ਸਾਹਿਬ ਜਿਹੜੇ ਸਾਡੇ ਚੀਫ ਮਿਨਿਸਟਰ ਪੰਜਾਬ ਆ, ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਹਰ ਪਿੰਡ ਹਰ ਜਾ ਕੇ ਸ਼ਹਿਰ 'ਚ ਉਹ ਆਪਣੇ ਕਰਦੇ, ਕਿਉਂਕਿ ਸਾਡੇ ਸਰਕਾਰ ਪ੍ਰਕਾਸ਼ ਸਿੰਘ ਬਾਦਲ ਜੀ ਜਦੋਂ ਸਾਡੇ ਚੀਫ ਮਿਨਿਸਟਰ ਸੀ ਤਾਂ ਮੇਰੇ ਖਿਆਲ ਨਾਲ ਸੰਗਤ ਦਰਸ਼ਨ ਹਰੇਕ ਪਿੰਡਾਂ 'ਚ ਹੁੰਦੇ ਸੀ। ਉਸ ਵੇਲੇ ਜਿੱਥੇ ਵੀ ਕੋਈ ਪ੍ਰੋਬਲਮਸ ਆਉਂਦੀ ਸੀ ਉੱਥੇ ਖੁਦ ਆਪ ਜਾਂਦੇ ਹੁੰਦੇ ਸੀ। ਮੇਰੇ ਖਿਆਲ ਨਾਲ ਕੈਪਟਨ ਸਾਹਿਬ ਤਾਂ ਇਹ ਕਦੀ ਦੇਖੇ ਨਹੀਂ, ਕਦੀ ਮੋਤੀ ਮਹਿਲ 'ਚ ਬਾਹਰ ਨਿਕਲੇ ਜੀ। ਤੇ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਇਹ ਫਗਵਾੜੇ ਦੇ ਵਿਕਾਸ ਦੀਆਂ ਗੱਲਾਂ ਕਰ ਰਹੇ, ਕਿਸ ਤਰ੍ਹਾਂ ਦੇ ਵਿਕਾਸ ਦੀਆਂ ਗੱਲਾਂ ਕਰ ਰਹੇ ਆ, ਜਿਹੜੇ ਇਹ ਤੇ ਇੰਨੇ ਲਾਈਟਾਂ ਦੇ ਘਪਲੇ ਹੋ ਰਹੇ ਆ, ਉਸ ਵਿਕਾਸ ਦੀਆਂ ਗੱਲਾਂ ਕਰ ਰਹੇ ਆ। ਜਿੱਥੇ ਸੜਕਾਂ ਜਿਹੜੀਆਂ ਬਣ ਰਹੀਆਂ, ਕਾਗਜ਼ਾਂ 'ਚ ਬਣ ਰਹੀਆਂ, ਕਾਗਜ਼ਾਂ 'ਚ ਪੈਸੇ ਇਸ਼ੂ ਹੋ ਰਹੇ ਆ, ਉਹਦੇ ਵਿਕਾਸ ਦੀਆਂ ਗੱਲਾਂ ਕਰਦੇ ਆ। ਇਹ ਕਿਹੜੇ ਵਿਕਾਸ ਹੋਇਆ ਵਾ? ਅਗਰ ਵਿਕਾਸ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਤੇ ਹੋਇਆ। ਅਗਰ ਫਗਵਾੜੇ 'ਚ 16 ਪੰਚਾਇਤਾਂ ਨੂੰ ਸ਼ਾਮਲ ਕੀਤਾ ਗਿਆ, ਫਗਵਾੜੇ ਨੂੰ ਕਾਰਪੋਰੇਸ਼ਨ ਬਣਾਇਆ ਗਿਆ, ਉਸ ਤੋਂ ਬਾਅਦ ਸੀਵਰੇਜ ਦਾ, ਪਾਣੀ ਦਾ, ਅਸੀਂ ਸਾਰੀਆਂ ਲਾਈਟਾਂ ਦਾ ਇੱਥੇ ਹੋਇਆ, ਉਸ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ। ਪਰ ਕਾਂਗਰਸ ਕਹਿੰਦੀ 50 ਦੇ 50 ਵਾਰਡ ਅਸੀਂ ਚਿੱਤ ਕਰ ਦਿੱਤੇ ਆ, ਵਿਕਾਸ ਬਹੁਤ ਕੀਤਾ। ਜੇ ਤੁਹਾਡੇ ਵਾਰਡ ਦੀ ਗੱਲ ਕਰ ਲਈ ਜਾਂ ਜਿੱਥੇ ਤੁਸੀਂ ਵਿਚਰਦੇ ਹੈਗੇ ਆਲੇ ਦੁਆਲੇ, ਸੰਤੁਸ਼ਟ ਹੋ, ਵਿਕਾਸ ਹੋ ਗਿਆ ਪੂਰਾ? ਦੇਖੋ ਜੀ, ਪਹਿਲਾਂ ਤਾਂ ਮੇਰਾ ਵਾਰਡ ਇਹਨਾਂ ਨੇ BC ਕਰ ਦਿੱਤਾ ਧੱਕੇ ਨਾਲ, ਕਿਉਂਕਿ ਮੇਰੇ ਵਾਰਡ 'ਚ ਬੈਕਵਰਡ ਕਾਸਟ ਦੇ ਲੋਕ ਰਹਿੰਦੇ ਨਹੀਂ ਹੈਗੇ, ਲੇਕਿਨ ਫਿਰ ਵੀ ਇਹਨਾਂ ਧੱਕੇ ਨਾਲ ਉਹਨਾਂ ਨੂੰ BC ਕਰ ਦਿੱਤਾ। ਲੇਕਿਨ ਮੇਰੇ ਵਾਰਡ ਤਾਂ ਮੇਰੇ ਖਿਆਲ ਨਾਲ ਸਾਡਾ ਪਹਿਲਾਂ ਹੀ ਇੰਨਾ ਵਿਕਾਸ ਹੋ ਚੁੱਕਾ ਵਾ। ਸਾਰੇ ਇਹ ਮੇਰੇ ਇਕੱਲੇ ਵਾਰਡ ਦੀ ਗੱਲ ਨਹੀਂ ਕਰ ਰਿਹਾ, 50 ਦੇ 50 ਵਾਰਡਾਂ ਦੀ ਗੱਲ ਕਰ ਰਿਹਾ। 50 ਦੇ 50 ਵਾਰਡਾਂ 'ਚ ਅਸੀਂ ਪਹਿਲਾਂ ਵਿਕਾਸ ਕਰਵਾ ਚੁੱਕੇ ਹਾਂ, ਤੇ ਇਸ ਕਰਕੇ ਇਹ ਤਾਂ ਸਿਰਫ ਕਾਗਜ਼ਾਂ 'ਚ ਪੈਸੇ ਇਹਨਾਂ ਨੇ ਇੱਧਰ ਉੱਧਰ ਕਰਨੇ ਹੁੰਦੇ, ਉਸ ਕਰਕੇ ਇਹ ਕਰਦੇ ਆ। ਹੋਰ ਤਾਂ ਗੱਲ ਕੋਈ ਨਹੀਂ। ਲੇਕਿਨ ਜਦੋਂ ਸਾਡੀ ਸਰਕਾਰ ਆਊਗੀ ਅਸੀਂ ਵੀ ਜਾਂਚ ਕਰਵਾਵਾਂਗੇ, ਲੇਖਾ ਜੇਖਾ ਲਾਉਂਗੇ ਸਾਰਾ। ਉਹ ਨੈਚੁਰਲੀ ਗੱਲ ਹੈ, ਇਹ ਹੁਣ ਕਰਨਾ ਹੀ ਪਊਗਾ, ਲੇਖਾ ਜੇਖਾ ਤਾਂ ਲੈਣਾ ਹੀ ਪਊਗਾ ਨਾ ਜੀ। ਜੇ ਆਪਾਂ ਅਫਸਰਸ਼ਾਹੀ ਦੀ ਗੱਲ ਕਰੀਏ ਤਾਂ ਕੀ ਉਹ ਸੁਣਵਾਈ ਕਰ ਰਹੀ ਆ ਪੂਰੇ ਪਬਲਿਕ ਦੀ? ਚਾਹੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਦੇ ਹੋ, ਕੋਈ ਕਿਸੇ ਪਾਰਟੀ ਦੀ, ਜਾਂ ਉਹ ਵੀ ਇੱਕ ਤਰਫਾ ਹੈਗਾ, ਉਹ ਕਿੱਦਾਂ ਦੇਖਦੇ ਆ ਤੁਸੀਂ? ਇਹ ਦੇਖੋ ਜੀ, ਇਹ ਤਾਂ ਹੁਣ ਤੁਸੀਂ ਜ਼ਿਆਦਾ ਤੁਹਾਡਾ ਮੀਡੀਆ ਮੇਰੇ ਖਿਆਲ ਨਾਲ ਸਾਂਝ TV ਬਹੁਤ ਵਧੀਆ ਕਵਰਿੰਗ ਕਰਦਾ ਵਾ, ਤੇ ਮੇਰੇ ਨਾਲ ਜ਼ਿਆਦਾ ਤੁਸੀਂ ਜਾਣਦੇ ਆ ਕਿ ਇਸ ਵੇਲੇ ਅਫਸਰਸ਼ਾਹੀ ਕਿਸ ਤਰ੍ਹਾਂ ਵਿਚਰ ਰਹੀ ਆ। ਮੈਨੂੰ ਕਹਿਣ ਦੀ ਲੋੜ ਨਹੀਂ ਹੈਗੀ। ਆਉਣ ਵਾਲਾ ਸਮਾਂ ਕਿੱਦਾਂ ਦਾ ਸ਼੍ਰੋਮਣੀ ਅਕਾਲੀ ਦਲ ਦਾ? ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ 2022 ਦੀਆਂ ਵਿਧਾਨ ਸਭਾ ਇਲੈਕਸ਼ਨਾਂ 'ਚ ਸਰਕਾਰ ਬਣਾਊਗਾ। ਸਾਡੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਚੀਫ ਮਿਨਿਸਟਰ ਪੰਜਾਬ ਬਣੂਗੇ। ਇਹ ਮੈਨੂੰ ਉਮੀਦ ਨਹੀਂ, ਮੈਨੂੰ ਯਕੀਨ ਆ, ਕਿਉਂਕਿ ਪੰਜਾਬ ਦੇ ਲੋਕ ਹੁਣ ਇਹ ਸਮਝ ਚੁੱਕੇ ਆ ਕਿ ਅਗਰ 2002 ਤੋਂ ਲੈ ਕੇ 2007 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਸੀ, ਉਸ ਵੇਲੇ ਵੀ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਸੀ। ਅਗਰ 2007 ਤੋਂ ਲੈ ਕੇ 2015 ਤੱਕ ਦਾ 17 ਤੱਕ ਦਾ ਆਪਾਂ ਹਿਸਾਬ ਲਗਾਈਏ ਤਾਂ ਉਸ ਵੇਲੇ ਅਸੀਂ ਇੰਨਾ ਵਿਕਾਸ ਹੋਇਆ ਜਿਹਨਾਂ ਸਾਡਾ ਪੰਜਾਬ ਦਾ ਸੂਬਾ ਸਰਪਲਸ ਹੋ ਗਿਆ ਬਿਜਲੀ ਬਾਕੀ। ਅਗਰ ਸਕੀਮਾਂ ਚਾਲੂ ਕੀਤੀਆਂ, ਚਾਹੇ ਉਹ ਕਿਸਾਨਾਂ ਨੂੰ ਬਿਜਲੀ ਦੀ ਸੀ, ਚਾਹੇ ਉਹ ਲੜਕੀਆਂ ਨੂੰ ਮੁਫਤ ਵਿੱਦਿਆ ਸੀ, ਜਾਂ ਸਾਈਕਲ ਦੇਣੇ ਸੀ, ਜਾਂ ਸਗਨ ਸਕੀਮਾਂ, ਜਾਂ ਧਰਮਸ਼ਾਲਾ ਨੂੰ ਗਰੰਟਾਂ ਦਿੱਤੀਆਂ, ਜੋ ਵੀ ਸਕੀਮਾਂ ਅੱਜ ਤੱਕ ਚਾਲੂ ਕੀਤੀਆਂ, ਆਟਾ ਦਾਲ ਸਕੀਮ ਹੋ ਗਈ, ਜੋ ਵੀ ਕੀਤੀਆਂ, ਇਹ ਸਾਰੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜਦੋਂ ਚੀਫ ਮਿਨਿਸਟਰ ਸੀ ਉਹਨਾਂ ਨੇ ਚਾਲੂ ਕੀਤੀਆਂ ਸੀ ਇਹ। ਤੇ ਹੁਣ ਲੋਕ ਇੱਕ ਵਾਰ ਫਿਰ ਸਮਝ ਚੁੱਕੇ ਆ ਕਿ ਪਹਿਲਾਂ ਅਸੀਂ 5 ਸਾਲ ਧੋਖਾ ਖਾਧਾ, ਹੁਣ 2-4 ਸਾਲ ਪਹਿਲਾਂ ਉਸ ਵੇਲੇ ਧੋਖਾ ਖਾਧਾ, ਤਾਂ ਮੇਰੇ ਖਿਆਲ ਨਾਲ ਹੁਣ ਇਹ ਭੁੱਲ ਕੇ ਵੀ ਇਹਨਾਂ ਨੂੰ ਕਦੀ ਵੋਟ ਨਹੀਂ ਪਾਉਗੇ। ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ 2022 'ਚ ਯਕੀਨੀ ਆ। ਇਹ ਸਨ ਕਪੂਰਥਲਾ ਤੋਂ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਖੁਰਾਣਾ ਜੀ। ਫਗਵਾੜਾ ਦੇ ਵਿੱਚ ਬਹੁਤ ਵੱਡਾ ਨਾਮ ਪਹਿਲਾਂ ਹੋਇਆ ਸੀਗਾ ਸਰਦਾਰ ਜਰਨੈਲ ਸਿੰਘ ਬਾਦ ਦਾ, ਉਸ ਤੋਂ ਪਹਿਲਾਂ ਸਰਵਣ ਸਿੰਘ ਕੁਲਾਰ ਜੀ ਨੂੰ ਇੱਥੇ ਜਿਹੜਾ ਕਿ ਮੋਹਰੇ ਲਾਇਆ ਗਿਆ ਅਕਾਲੀ ਦਲ ਵੱਲੋਂ। ਹੁਣ ਜਿਹੜਾ ਕਿ ਤੀਜਾ ਚਿਹਰਾ ਸਭ ਤੋਂ ਵੱਡਾ ਫਗਵਾੜੇ ਦੇ ਵਿੱਚ ਸਰਦਾਰ ਰਣਜੀਤ ਸਿੰਘ ਖੁਰਾਣਾ ਜੀ ਬਣ ਰਹੇ ਆ, ਜਿਹੜਾ ਕਿ ਖੁਦ ਇਹਨਾਂ ਦੇ ਇੱਕ ਵੱਡੇ ਧੜੇ ਨੇ ਚੈਲੰਜ ਕੀਤਾ ਸੀ। ਸੁਖਬੀਰ ਸਿੰਘ ਬਾਦਲ ਤੱਕ ਵੀ ਇਹ ਗੱਲਾਂ ਪਹੁੰਚ ਚੁੱਕੀਆਂ ਕਿ ਜਿਹੜੇ ਪਹਿਲਾਂ ਇੱਥੇ ਦੇ ਹਲਕਾ ਇੰਚਾਰਜ ਸਰਵਣ ਸਿੰਘ ਕੁਲਾਰ ਆ, ਉਹ ਇਹਨਾਂ ਨੂੰ ਨਹੀਂ ਚਾਹੀਦੇ। ਇਹਨਾਂ ਨੇ ਡਿਮਾਂਡ ਕੀਤੀ ਸੀ। ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੇ ਜਿਹੜਾ ਰੋਸ ਪ੍ਰਦਰਸ਼ਨ ਵੱਧ ਰਹੀ ਮਹਿੰਗਾਈ ਦੇ ਖਿਲਾਫ ਕੀਤਾ, ਤੇ ਲੋਕਾਂ ਨੇ ਇਹਨਾਂ ਨੂੰ ਸਾਥ ਦਿੱਤਾ। ਇਹਨਾਂ ਦੇ ਕੀ ਵਿਊ ਸਨ, ਇਹ ਕੀ ਕਹਿਣਾ ਚਾਹੁੰਦੇ ਸਨ, ਤੇ ਇਹਨਾਂ ਦਾ ਰੋਸ ਦਾ ਮਕਸਦ ਕੀ ਸੀ ਅੱਜ ਦਾ, ਉਹ ਅਸੀਂ ਇਹਨਾਂ ਤੋਂ ਸਾਰਾ ਡਿਟੇਲ ਦੇ ਵਿੱਚ ਪੁੱਛਿਆ। ਤੇ ਵੱਡੇ ਦਾਅਵੇ, ਵੱਡੇ ਚੈਲੰਜ ਕਰ ਦਿੱਤੇ ਆ ਵੀ ਆਉਣ ਵਾਲੀਆਂ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ, ਉਹਦੇ ਵਿੱਚ 50 ਦੇ 50 ਉਮੀਦਵਾਰ ਸਿਰਫ ਸ਼੍ਰੋਮਣੀ ਅਕਾਲੀ ਦਲ ਆਪਣੇ ਬਲਬੂਤੇ ਤੇ ਲੜੇਗਾ, ਤੇ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਵੀ ਬਣਾਵੇਗਾ। ਇਹ ਇਹਨਾਂ ਦੇ ਵੱਡੇ ਦਾਅਵੇ ਹਨ। ਸੋ ਹੋਰ ਨਵੀਆਂ ਤੇ ਤਾਜ਼ਾ ਜਾਣਕਾਰੀਆਂ ਲੈਣ ਲਈ ਤੁਸੀਂ ਵੇਖਦੇ ਰਹੋ ਸਾਂਝ TV। ਖਾਣਾ ਸਾਹਿਬ ਬਹੁਤ ਬਹੁਤ ਧੰਨਵਾਦ। ਥੈਂਕ ਯੂ।
You are watching now HD Show.